पंजाब सरकार ने हाल ही ਵਿੱਚ अपना बजट पेश करके हटी है, लेकिन इस बजट ਨੂੰ ਲੈ ਕੇ ਅਗਰ ਵਿਰੋਧੀ ਤਰ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਰਕਾਰ ਨੂੰ ਘੇਰਦੀ ਆਈ ਹੈ। ਸਾਡੇ ਨਾਲ ਇਸ ਵੇਲੇ ਗੱਲ ਕਰਨ ਦੇ ਲਈ ਮੋਗਾ ਦੇ ਵਿੱਚੋਂ ਭਾਜਪਾ ਦੇ ਜਿਹੜੇ ਕਿ ਵਰਕਰ ਇਸ ਵੇਲੇ ਮੌਜੂਦ ਹੈ। ਹਾਲਾਂਕਿ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਨੇ, ਲੇਕਿਨ ਹੁਣ ਕੁਝ ਤਲਖੀਆਂ ਦੇ ਚੱਲਦੇ ਹੋਏ ਜ਼ਰੂਰ ਭਾਜਪਾ ਜੁਆਇਨ ਕੀਤੀ ਸੀ। ਹਰਜੋਤ ਸਰ, ਵੈਲਕਮ ਟੂ ਦ ਏਐਨਬੀ। बजट सरकार ने पेश किया है। अगर बजट के बारे गल की जाए, सरकार कहती आम लोगों का बजट सी, आम जनता के लिए बजट पेश किया है, तुसी किवें देखते हो? ਪਹਿਲਾਂ ਤਾਂ ਮੈਂ ਤੁਹਾਡਾ ਏਐਨਬੀ ਚੈਨਲ ਦਾ ਤੁਹਾਡਾ ਤੇ ਤੁਹਾਡੇ ਸਾਰੇ ਚੈਨਲ ਦੇ ਜਿਹੜੇ ਚਲਾਉਣ ਵਾਲੇ ਨੇ ਔਰ ਤੁਹਾਡੇ ਨਾਲ ਜੁੜੇ ਹੋਏ ਆ ਉਹ ਸਾਰਿਆਂ ਨੂੰ ਫਤਿਹ ਸਾਂਝੀ ਕਰਦਾ ਔਰ ਤੁਹਾਡਾ ਥੈਂਕਸ ਵੀ ਕਰਦਾ ਕਿ ਤੁਸੀਂ ਆਪਣਾ ਵੈਲਿਊਏਬਲ ਟਾਈਮ ਜਿਹੜਾ ਉਹ ਮੈਨੂੰ ਦਿੱਤਾ। ਗੱਲ ਤਾਂ ਕੱਲੀ ਵਿਧਾਨ ਸਭਾ ਦੇ ਅੰਦਰ ਪੇਸ਼ ਹੋਏ ਬਜਟ ਦੀ ਨਹੀਂ, 3 ਮਹੀਨੇ ਦੀ ਜਿਹੜੀ ਕਾਰਗੁਜ਼ਾਰੀ ਹੈ ਸਰਕਾਰ ਦੀ ਉੱਥੋਂ ਸ਼ੁਰੂ ਕਰਨ ਵਾਲੀ ਹੈ। ਮੈਨੂੰ ਨਹੀਂ ਪਤਾ ਤੁਹਾਡੇ ਚੈਨਲ ਨੇ ਕਿੰਨਾ ਕੁ ਟਾਈਮ ਦੇਣਾ, ਬਟ ਦੇ 3 ਮਹੀਨੇ ਦੇ ਵਿੱਚ ਜਿਸ ਸਰਕਾਰ ਨੂੰ 92 MLAs ਦੇ ਨਾਲ ਲੋਕਾਂ ਨੇ ਇੱਕ ਅਕਾਲੀ ਤੇ ਕਾਂਗਰਸ ਉਹਦਾ ਬਦਲ ਦਾ ਨਾਰਾ ਦਿੱਤਾ ਸੀ ਇਹਨਾਂ ਨੇ, ਔਰ ਉਹ ਲੋਕਾਂ ਨੇ ਉਹ ਬਦਲ ਬਣਾ ਕੇ ਹੀ ਉਹਨੂੰ ਪੇਸ਼ ਕੀਤਾ ਔਰ 117 ਚੋਂ 92 MLA ਜਿੱਤ ਜਾਣਾ ਔਰ ਭਗਵੰਤ ਮਾਨ ਜੀ ਦੀ ਆਪਣੀ ਜਿਹੜੀ ਕੰਸਟੀਚੁਐਂਸੀ ਸੀ ਲੋਕ ਸਭਾ ਦੀ ਉਹਦੇ ਵਿੱਚੋਂ 9 ਦੀਆਂ 9 ਸੀਟਾਂ ਤੇ ਬਹੁਤ ਵੱਡੀ ਲੀਡ ਨਾਲ ਜਿੱਤਣਾ। ਮੇਰੇ ਖਿਆਲ ਜਿਹੜੇ ਅਮਨ ਅਰੋੜਾ ਵਰਗੇ 75 ਹਜ਼ਾਰ ਦੇ ਉੱਤੇ ਜਿੱਤੇ ਆ, ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ। ਤਾਂ ਉਹ ਇੱਕ ਬਹੁਤ ਵੱਡਾ ਮੈਂਡੇਟ ਉਹਨਾਂ ਨੂੰ ਮਿਲਿਆ ਸੀ ਐਂਡ ਇਹ ਪਹਿਲੀ ਵਾਰੀ ਇੱਦਾਂ ਹੋਇਆ ਕਿ ਕਿਸੇ ਵੀ ਸਰਕਾਰ ਦੇ ਜਾਣ ਲੱਗਿਆਂ ਲਾਸਟ ਸਾਲ ਜਾਂ ਲਾਸਟ 3 ਕੁ ਮਹੀਨੇ ਹਾਲਾਤ ਇੱਦਾਂ ਦੇ ਹੁੰਦੇ ਆ, ਪਰ ਇਹ ਪਹਿਲੀ ਵਾਰੀ ਮੈਂ ਦੇਖਿਆ ਕਿ ਕਿਸੇ ਸਰਕਾਰ ਦੇ ਪਹਿਲੇ 3 ਮਹੀਨਿਆਂ 'ਚ ਹੀ ਪਟਾਕੇ ਚੱਲ ਗਏ। ਹੁਣ ਆਹ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਔਰ ਉਹ ਭਗਵੰਤ ਮਾਨ ਜੀ ਮੁੱਖ ਮੰਤਰੀ ਦਾ ਆਪ ਦਾ ਹਲਕਾ ਜਿਹਦੇ ਨਾਂ ਦੇ ਉੱਤੇ ਉਹਨਾਂ ਨੇ ਸਾਰੀ ਚੋਣ ਲੜੀ ਆ, ਜਿੱਤੀ ਆ, ਸਰਕਾਰ ਬਣਾਈ ਆ, ਉੱਥੇ ਜੇ ਅੱਜ ਵੋਟ ਪੋਲ ਦੀ ਗੱਲ ਕਰੀਏ ਆਪਾਂ ਤਾਂ ਸਾਰੀ ਮੇਰੇ ਖਿਆਲ 45.3% ਵੋਟ ਪੋਲ ਹੋਈ ਹੈ ਔਰ ਜਿਹੜੀ ਵੋਟ ਜਿੰਨੀ ਉਹਨਾਂ ਦਾ ਮਾਰਜਨ ਸੀ ਲੋਕ ਸਭਾ ਦਾ, ਜੇ ਆਪਾਂ 9 ਹਲਕਿਆਂ ਨੂੰ ਵਿਧਾਨ ਸਭਾ ਦਿਆਂ ਨੂੰ ਦੇਖੀਏ 3.5-4 ਲੱਖ ਸੀ ਤੇ ਹੁਣ ਪੋਲ ਸਾਰੀ ਓਨੀ ਹੋਈ ਹੈ ਔਰ ਫਿਰ ਉਹ ਸੀਟ ਉਹ ਹਾਰ ਵੀ ਗਏ। ਤੋ ਇੱਥੋਂ ਪਤਾ ਲੱਗਦਾ ਕਿ ਉਹਨਾਂ ਦਾ ਗ੍ਰਾਫ ਉਹਨਾਂ ਦਾ ਕੀ ਆ। ਔਰ ਦੂਜੀ ਗੱਲ, ਮੈਂ ਵਿਧਾਨ ਸਭਾ ਦਾ ਸੈਸ਼ਨ ਲਾਈਵ ਦੇਖਿਆ, ਨੋ ਡਾਊਟ ਅੰਦਰ ਅੱਗੇ ਵੀ ਡਿਬੇਟਸ ਦੇ ਵਿੱਚ ਤਲਖ ਕਲਾਮੀ ਹੋ ਜਾਂਦੀ। ਜਿੱਡੀ ਘਟੀਆ ਸ਼ਬਦਾਵਲੀ ਮੁੱਖ ਮੰਤਰੀ ਪੰਜਾਬ ਬੋਲ ਰਹੇ ਆ, ਉਹਨਾਂ ਦੇ ਸਿੱਖਿਆ ਮੰਤਰੀ ਤੇ ਦੂਜੇ ਮੰਤਰੀ ਬੋਲ ਰਹੇ ਆ, ਅਨਬੀਅਰੇਬਲ ਹੈ ਐਂਡ ਦੇ ਸ਼ੁੱਡ ਨੋ ਕਿ ਇਹਨੂੰ ਲੋਕ ਦੇਖ ਰਹੇ ਆ। ਤੁਸੀਂ ਇੱਕ ਆਪਣੇ ਕਾਊਂਟਰ ਪਾਰਟਸ, ਤੁਹਾਡੇ ਕੁਲੀਗਸ ਹੈਗੇ ਆ, ਤੁਹਾਡੇ ਵਿਰੋਧੀ ਹੈਗੇ ਆ, ਉਹ ਕੋਈ ਗੱਲ ਕਹਿੰਦੇ ਆ ਤਾਂ ਉਹ ਗੱਲ ਦਾ ਤਰਕ ਨਾਲ ਜਵਾਬ ਦਿਓ। ਇਹ ਕੀ ਗੱਲ ਹੋਈ ਕਿ ਬਾਜਵਾ ਸਾਹਿਬ ਵਰਗੇ ਜਿਹੜੇ ਉਹਨਾਂ ਦੇ ਬਹੁਤ ਸੀਨੀਅਰ ਅਤੇ ਵੱਡੇ ਆ, ਉਹਨਾਂ ਨੂੰ ਵੀ ਤੁਸੀਂ ਹਰ ਗੱਲ ਦੇ ਉੱਤੇ ਤੁਸੀਂ ਚੁਟਕਲਾ ਸੁਣਾ ਕੇ ਅਤੇ ਬੇਇੱਜ਼ਤੀ ਕਰਨੀ, ਇਹ ਰੜਕਦਾ ਰਿਹਾ। ਮੈਨੂੰ ਹੀ ਨਹੀਂ ਇਕੱਲੇ ਨੂੰ, ਸਾਰੇ ਬੰਦਿਆਂ ਨੂੰ ਰੜਕਿਆ ਜਿੰਨਿਆਂ ਨਾਲ ਮੇਰੀ ਗੱਲ ਹੋਈ ਹੈ। ਸੋ ਕਿਤੇ ਨਾ ਕਿਤੇ ਬਜਟ ਸੈਸ਼ਨ ਤੱਕ ਵੀ ਸਰਕਾਰ ਫੇਲ ਹੈ ਔਰ ਬਜਟ ਸੈਸ਼ਨ ਦੇ ਵਿੱਚ ਵੀ ਸਪੀਕਰ ਤੋਂ ਬਿਨਾਂ ਸਭ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ। ਔਰ ਜਿਹੜਾ ਬਜਟ ਐਡਾ ਵੱਡਾ ਪੇਸ਼ ਕੀਤਾ, ਬਜਟ ਨੂੰ ਐਗਜ਼ੀਕਿਊਟ ਕਿਵੇਂ ਕਰਨਾ? ਅੱਜ ਪੈਸੇ ਹੈ ਨਹੀਂ, ਉਹ ਇਹਨਾਂ ਨੇ ਹਰ ਪਾਲਿਸੀ ਜਿਹੜੀ ਬਣਾਈ ਹੈ, ਜੇ ਉਹ ਜਿਹੜੇ ਰੇੜੇ ਜਿਹੇ ਸੀਗੇ, ਰਿਕਸ਼ੇ ਸੀਗੇ, ਦੇਸੀ ਜਗਾੜੀ, ਉਹਨਾਂ ਨੂੰ ਗੱਲ ਕੀਤੀ ਆ ਉਹ ਬੈਕ ਕਰ ਗਏ। ਜਿਹੜੀ ਗੱਲ ਦੇ ਉੱਤੇ ਇਹ ਆਉਂਦੇ ਆ ਦੂਜੇ ਦਿਨ ਉਹਨੂੰ ਬੈਕ ਕਰ ਜਾਂਦੇ। ਇਹ ਯੂ ਟਰਨ ਵਾਲੀ ਸਰਕਾਰ ਇਹਨੂੰ ਤੁਸੀਂ ਕਹਿ ਲਓ। ਅੱਜ ਸ਼ਰਾਬ ਦੀ ਪਾਲਿਸੀ ਲਿਆਏ ਆ ਔਰ ਹਰ ਚੀਜ਼ ਦਿੱਲੀ 'ਚ ਬਹਿ ਕੇ ਬਣਦੀ, ਉਹ ਪਾਲਿਸੀ ਵੀ ਦਿੱਲੀ 'ਚ ਫਰੇਮ ਕਰਕੇ ਲਿਆਂਦੀ। ਔਰ ਗੱਲ ਦੇਖਣ ਵਾਲੀ ਇਹ ਹੈ ਕਿ ਦਿੱਲੀ ਇੱਕ ਕਾਰਪੋਰੇਸ਼ਨ ਵਰਗੀ ਆ ਜਿੱਥੇ ਛੋਟੇ ਛੋਟੇ ਮਹੱਲੇ ਰਲ ਕੇ ਇੱਕ ਬਣਦੀ ਹੈ ਅਤੇ ਪੰਜਾਬ ਇੱਕ ਫੁੱਲ ਫਲੈਜ ਸਟੇਟ ਹੈਗੀ ਆ। ਸੋ ਇਹਦਾ ਅਤੇ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਪੰਜਾਬ ਦੇ ਬਹੁਤ ਸਾਰੇ ਮਹਿਕਮੇ ਤਾਂ ਦਿੱਲੀ 'ਚ ਹੈ ਨਹੀਂ, ਸੈਂਟਰ ਸਰਕਾਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਦੀ ਹੈ, ਲਾਅ ਐਂਡ ਆਰਡਰ ਉਹ ਦੇਖਦੇ ਆ ਔਰ ਇਹਨਾਂ ਕੋਲ ਤਾਂ ਇਕੱਲਾ ਉਹ ਗਲੀਆਂ ਨਾਲੀਆਂ ਸੜਕਾਂ ਹੀ ਰਹਿ ਜਾਂਦੀਆਂ ਨੇ। ਪਰ ਇਹ ਜੇ ਪੰਜਾਬ ਦੀਆਂ ਪਾਲਿਸੀਆਂ ਦਿੱਲੀ 'ਚੋਂ ਬਣਾਉਣਗੇ ਅਤੇ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਨੂੰ ਇਹਦੇ 'ਤੇ ਧਿਆਨ ਦੇਣਾ ਪੈਣਾ। ਜਿਨ੍ਹਾਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ, ਅੱਜ ਉਹਨਾਂ ਲੋਕਾਂ ਨੇ ਸੰਗਰੂਰ ਦੇ ਵਿੱਚ ਇਹਨਾਂ ਦਾ
ਦੱਸ ਦਿੱਤਾ ਕਿ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਧਾਨ ਸਭਾ ਇੱਕ ਇਦਾਂ ਦਾ ਪਵਿੱਤਰ ਇੰਸਟੀਚਿਊਸ਼ਨ ਹੈ ਜਿੱਥੇ ਇਹਨਾਂ ਦੇ ਐਮਐਲਏ ਮੈਂ ਲੰਮੇ ਪੈ ਕੇ ਅੰਦਰ ਮੱਥਾ ਟੇਕ ਕੇ ਜਾਂਦੇ ਵੀ ਦੇਖੇ, ਤੇ ਅਸੀਂ ਵੀ ਉਹਨੂੰ ਇੱਕ ਬੜਾ ਪਵਿੱਤਰ ਸਦਨ ਮੰਦਿਰ ਵਾਂਗੂ ਗੁਰਦੁਆਰੇ ਵਾਂਗੂ ਮੰਨਦੇ ਹਾਂ। ਬਟ ਉਹਦੀ ਵਿਧਾਨ ਸਭਾ ਦੇ ਵਿਧਾਨਕਾਰ ਜਿਹੜੇ ਨੇ ਐਮਐਲਏਜ਼, ਮੰਤਰੀ, ਮੁੱਖ ਮੰਤਰੀ, ਅੱਜ ਉਹਨਾਂ ਦੀ ਮਾਣ ਮਰਿਆਦਾ, ਉਹਨਾਂ ਦਾ ਸਟੇਟਸ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਜਿਸ ਐਮਐਲਏ ਨੂੰ ਕਦੀ ਚੀਫ ਸੈਕਟਰੀ ਤੋਂ ਉੱਤੇ ਦਾ ਰੁਤਬਾ ਦਿੱਤਾ ਜਾਂਦਾ ਸੀ, ਅੱਜ ਹਾਲਾਤ ਇਹ ਹੋਈ ਪਈ ਹੈ, ਇਹਨਾਂ ਨੂੰ ਇੰਨਾ ਹੀ ਨਹੀਂ ਪਤਾ। ਇਹਨਾਂ ਦਾ ਇੱਕ ਐਮਐਲਏ ਸਿਵਲ ਹਸਪੀਟਲ 'ਚ ਜਾ ਕੇ ਕਹੀ ਜਾਂਦਾ ਕਿ ਮੁਲਾਜ਼ਾ ਕਰਾਉਣ ਦੀ ਬਜਾਏ ਕਹਿੰਦਾ ਡਾਕਟਰ ਸਾਹਿਬ ਇਹਨਾਂ ਦਾ ਪੋਸਟਮਾਰਟਮ ਕਰੋ ਜੀ, ਇਹਦੀ ਸ਼ਰਾਬ ਪੀਤੀ ਲੱਗਦੀ ਹੈ। ਇਹੋ ਜਿਹੀਆਂ ਬੀਬੀਆਂ ਜੀ ਇੱਥੋਂ ਵਾਲੇ ਕਹੀ ਜਾਂਦੇ ਕਿ ਵੋਟਾਂ ਕਿਉਂ ਘੱਟ ਪਈਆਂ, ਕਹਿੰਦਾ ਜੀ ਫਸਲ ਦੀ ਵਢਾਈ ਸੀ, ਉਹਨਾਂ ਨੂੰ ਇਹ ਨਹੀਂ ਪਤਾ ਵੀ ਫਸਲ ਲੱਗ ਰਹੀ ਕਿ ਵੱਢ ਹੋ ਰਹੀ। ਉਹਦੇ ਤੋਂ ਇਲਾਵਾ ਸਭ ਤੋਂ ਵੱਧ ਲੋਕਾਂ ਨੂੰ ਮਾਣ ਸੀ ਭਗਵੰਤ ਮਾਨ ਜੀ ਦੇ ਉੱਤੇ। ਗਾਣਾ ਸੀਗਾ ਚੱਲਦਾ ਦੱਬਦਾ ਕਿੱਥੇ ਆ, ਔਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਇੰਨਾ ਮਜ਼ਾਕ ਬਣਾਇਆ ਵੀ ਤੂੰ ਤਾਂ ਕਹਿੰਦਾ ਸੀ ਦੱਬਦਾ ਕਿੱਥੇ, ਇੱਥੇ ਲਮਕਦਾ ਫਿਰਦਾ। ਇੱਕ ਸਟੇਟ ਦਾ ਮੁੱਖ ਮੰਤਰੀ ਸਭ ਤੋਂ ਉੱਤੇ ਹੁੰਦਾ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਦਿੱਲੀ ਵਾਲੇ ਆਕਾ ਦੀ ਜੀ ਹਜ਼ੂਰੀ ਨਾ ਕਰੋ। ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਸੀ, ਉਹ ਦੂਜੀ ਵੱਖਰੀ ਗੱਡੀ 'ਚ ਉੱਥੇ ਹੀ ਖੜੇ ਹੋ ਸਕਦੇ ਸੀ, ਤੇ ਕੇਜਰੀਵਾਲ ਸਾਹਿਬ ਦਾ ਇੱਥੇ ਖੜੇ ਹੋਣਾ ਕੋਈ ਵੱਡੀ ਜ਼ਰੂਰਤ ਨਹੀਂ ਸੀ। ਪਰ ਭਗਵੰਤ ਮਾਨ ਜੀ ਨੂੰ ਇਸ ਤਰ੍ਹਾਂ ਨਹੀਂ, ਜਿੱਥੇ ਗਨਮੈਨ ਲਟਕਦੇ ਉੱਥੇ ਲਟਕ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ। ਅੱਜ ਸਟੇਟ ਨੂੰ ਇੰਨਾ ਡਾਊਨ ਕਰਤਾ। ਹੁਣ ਇਹਨਾਂ ਨੇ, ਅਸੀਂ ਭ੍ਰਿਸ਼ਟਾਚਾਰ ਦੀ ਬਿਲਕੁਲ ਇਹਨਾਂ ਦੀ ਹਮਾਇਤ ਕਰਦੇ ਹਾਂ, ਪਰ ਜਿਸ ਤਰੀਕੇ ਨਾਲ ਮੰਤਰੀ ਨੂੰ ਫੜਿਆ ਗਿਆ, ਅੱਜ ਜਿਹੜਾ ਦਿੱਲੀ ਦਾ ਮੰਤਰੀ ਆ ਸਿਹਤ ਮੰਤਰੀ, ਉਹਦੇ ਤੇ ਤਾਂ ਈਡੀ ਦੀ ਰੇਡ ਹੋ ਗਈ, 17 ਤੋਂ 15 ਤੋਂ ਕੇਸ ਚੱਲਦਾ, ਉਹਦੇ ਘਰੋਂ ਕਰੋੜਾਂ ਰੁਪਈਆ ਬਰਾਮਦ ਹੋ ਗਿਆ, ਸੋਨਾ ਬਰਾਮਦ ਹੋ ਗਿਆ। ਉਹਨੂੰ ਤਾਂ ਕੇਜਰੀਵਾਲ ਸਾਹਿਬ ਨੇ ਅੱਜ ਤਾਈਂ ਮੰਤਰੀ ਮੰਡਲ 'ਚੋਂ ਵੀ ਨਹੀਂ ਕੱਢਿਆ, ਤੇ ਉਹਦੇ ਵਾਸਤੇ ਪਦਮ ਸ਼੍ਰੀ ਦਾ ਅਵਾਰਡ ਮੰਗ ਰਹੇ ਆ। ਤੇ ਦੂਜੇ ਪਾਸੇ ਆਪਣੇ ਵਾਲਾ ਬੰਦਾ, ਅਜੇ ਤੱਕ ਉਹਦੀ ਆਡੀਓ ਵਾਇਰਲ ਹੋਈ ਸੀ, ਤੇ ਚਾਹੀਦਾ ਤਾਂ ਇਹ ਸੀਗਾ ਕਿ ਚਲੋ ਬੰਦੇ ਦੀ ਗੱਲ ਨਹੀਂ ਕਰਦਾ ਮੈਂ, ਮੰਤਰੀ ਦੇ ਰੁਤਬੇ ਦੀ ਗੱਲ ਕਰਦਾ, ਉਹਨੂੰ ਮੰਤਰੀ ਮੰਡਲ 'ਚੋਂ ਕੱਢ ਦੇ। ਉਹਨਾਂ ਦੇ ਉੱਤੇ ਕੋਈ ਸੀਨੀਅਰ 2 ਮੰਤਰੀ ਲਾ ਦਿੰਦੇ, ਕੋਈ ਅਫਸਰ ਲਾ ਦਿੰਦੇ, ਇਨਕੁਆਇਰੀ ਕਰਕੇ ਇੱਕ ਭਾਵੇਂ 5 ਦਿਨਾਂ ਦੀ ਲਾ ਕੇ ਉਹਨਾਂ ਦੇ ਉੱਤੇ ਆਹੀ ਕਾਰਵਾਈ ਕਰ ਲੈਂਦੇ। ਪਰ ਵੈਸੇ ਤਾਂ ਮੈਂ ਚਾਹੁੰਦਾ ਕਿ ਜਦੋਂ ਅਜੇ ਤੱਕ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, ਦੇ ਸ਼ੁੱਡ ਵੇਟ, 5 ਦਿਨ ਹੋਰ ਵੇਟ ਕਰ ਲੈਂਦੇ, ਰੰਗੇ ਹੱਥੀਂ ਫੜਦੇ। ਇਹ ਸਾਰਾ ਡਰਾਮਾ ਜਿਹੜੀ ਇਲੈਕਸ਼ਨ ਆਉਣ ਵਾਲੀ ਹੈਗੀ ਆ, ਚਾਹੇ ਹਿਮਾਚਲ ਦੀ ਚਾਹੇ ਗੁਜਰਾਤ, ਉਹਦੇ ਵਾਸਤੇ ਕੀਤਾ ਵੀ ਅਸੀਂ ਤਾਂ ਜੀ ਆਪ ਦਾ ਬੰਦਾ ਨਹੀਂ ਛੱਡਿਆ। ਸਰ ਇਹ ਲੋਕ ਤਾਂ ਸਾਫ਼ ਤੌਰ ਤੇ ਕਹਿੰਦੇ ਕਿ ਅਸੀਂ ਸਰਕਾਰ ਜਿਹੜੀ ਹੈ ਉਹ ਜਨਤਾ ਦਾ ਬਜਟ ਸਰਕਾਰ ਦਾ ਆਇਆ ਹੈ, ਵਿਰੋਧੀ ਧਿਰ ਜ਼ਰੂਰ ਜ਼ਾਹਿਰ ਹੈ ਘੇਰਦੇ ਨੇ। ਗੱਲ ਜਿਹੜੀ ਤੁਸੀਂ ਕੀਤੀ ਕਿ ਕਰਪਸ਼ਨ ਨੂੰ ਲੈ ਕੇ, ਉਹ ਕਹਿੰਦੇ ਕਿ ਅਸੀਂ ਕਰਪਸ਼ਨ ਦੇ ਖਿਲਾਫ ਅੱਜ ਤੱਕ ਪੁਰਾਣੀਆਂ ਸਰਕਾਰਾਂ ਨੇ ਕਦੀ ਵੀ ਆਪਣੇ ਹੀ ਮੰਤਰੀ, ਆਪਣੇ ਕੈਬਨਿਟ ਦੇ ਖਿਲਾਫ ਕੋਈ ਐਕਸ਼ਨ ਨਹੀਂ, ਅਸੀਂ ਉਹ ਚੀਜ਼ ਕਰਕੇ ਦਿਖਾਈ। ਇਹ ਇਸ ਤਰੀਕੇ ਨਾਲ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਠੀਕ ਕਹਿ ਰਹੇ ਨੇ ਉਹ। ਉਹਨਾਂ ਨੇ ਇੱਕ ਬਹੁਤ ਵੱਡਾ ਡਰਾਮਾ ਕੀਤਾ। ਉਸ ਮੰਤਰੀ ਨੂੰ ਕੋਈ ਸਜ਼ਾ ਹੋਣੀ ਹੈ ਜਿਹਦੇ ਕੋਲੋਂ ਕੁਝ ਬਿਆਨ ਨਹੀਂ ਹੋਇਆ। ਤੁਸੀਂ CIA ਸਟਾਫ ਲਿਜਾ ਕੇ ਬੰਦੇ ਦਾ ਅੰਗੂਠਾ ਛੱਡ ਕੇ ਭਾਵੇਂ ਪੰਜਾ ਲਵਾ ਕੇ ਬਿਆਨ ਲਿਖ ਲਓ ਵੀ ਆ ਮੈਂ ਕੀਤਾ, ਕੋਰਟ ਨੇ ਤਾਂ ਉੱਥੇ ਗਵਾਹੀ ਮੰਨਣੀ, ਉੱਥੇ ਜਾ ਕੇ ਉਹ ਮੁੱਕਰ ਜਾਊਗਾ। ਜਦੋਂ ਉਹਦੇ ਕੋਲੋਂ ਕੋਈ ਰਿਕਵਰੀ ਨਹੀਂ, ਕੋਈ ਕੁਛ ਨਹੀਂ। ਇਹਨਾਂ ਨੇ ਸਿਰਫ ਸੰਗਰੂਰ ਦੀ ਇਲੈਕਸ਼ਨ, ਹਿਮਾਚਲ ਦੀ ਤੇ ਗੁਜਰਾਤ ਦੀ ਇਲੈਕਸ਼ਨ ਵਾਸਤੇ ਐਡਾ ਵੱਡਾ ਇੱਕ ਡਰਾਮਾ ਕੀਤਾ। ਨਹੀਂ ਤਾਂ ਆਪਦਾ ਮੰਤਰੀ ਉੱਥੇ ਵੀ ਤਾਂ ਇਹਨਾਂ ਦਾ ਆਪਦਾ ਮੰਤਰੀ ਹੈ ਨਾ, ਉਹਦੇ 'ਤੇ ਕਿਉਂ ਨਹੀਂ ਕਾਰਵਾਈ ਕਰਦੇ? ਜਿਹੜਾ ਦਿੱਲੀ ਵਾਲਾ ਅੰਦਰ ਹੋਇਆ ਪਿਆ ਹੈ, ਸਾਰੀ ਕਾਰਵਾਈ ਉਹਦੇ 'ਤੇ ਬਣੀ ਪਈ ਹੈ, ਰਿਕਵਰੀ ਉਹਦੇ ਕੋਲੋਂ ਹੋ ਗਈ। ਇਹਦੇ ਵਾਸਤੇ ਕੀ ਸੀਗਾ? ਇਹਦੇ ਕੋਲੋਂ ਤਾਂ ਅਜੇ ਕੋਈ ਰਿਕਵਰੀ ਨਹੀਂ ਹੋਈ। ਪਰ ਮੈਂ ਕਹਿੰਦਾ ਕਿ ਉਹ ਬੰਦੇ ਚਾਹੇ ਕਾਂਗਰਸ ਦੇ ਹੋਣ, ਚਾਹੇ ਅਕਾਲੀ ਦਲ ਦੇ ਹੋਣ, ਚਾਹੇ ਭਾਜਪਾ ਦੇ ਹੋਣ, ਚਾਹੇ ਆਮ ਆਦਮੀ ਪਾਰਟੀ ਦੇ ਹੋਣ, ਜਿਹੜੇ ਬੰਦਿਆਂ ਨੇ ਗਲਤ ਕੰਮ ਕੀਤਾ, ਭ੍ਰਿਸ਼ਟਾਚਾਰ ਕੀਤਾ, ਉਹਨਾਂ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਬਟ ਸਜ਼ਾ ਮਿਲਣੀ ਚਾਹੀਦੀ ਹੈ, ਡਰਾਮੇ ਨਹੀਂ ਹੋਣੇ ਚਾਹੀਦੇ। ਸਰ JP ਨੱਡਾ ਜੀ ਵੱਲੋਂ ਇੱਕ ਬਿਆਨ ਜਾਰੀ ਹੋਇਆ ਕਿ ਅਕਾਲੀ ਦਲ ਦਾ ਸਪੋਰਟ ਦੇ ਲਈ ਜਿਹੜੀ ਗੱਲ ਆਖੀ ਗਈ ਹੈ, ਹਾਲਾਂਕਿ ਅਕਾਲੀ ਦਲ ਦੇ ਨਾਲ ਅਲਾਈਅੰਸ ਟੁੱਟ ਚੁੱਕਿਆ, ਕਿਤੇ ਨਾ ਕਿਤੇ ਕਿਹਾ ਜਾ ਸਕਦਾ ਜਿਹੜਾ ਸਪੋਰਟ ਦਾ ਇੱਕ ਜਿਹੜਾ ਉਹ ਕਿਹਾ ਗਿਆ ਸੁਖਬੀਰ ਬਾਦਲ ਨੂੰ, ਕਿਵੇਂ ਮਤਲਬ ਲੱਗਦਾ ਹੈ ਕਿ ਕਿਆ ਅਕਾਲੀ ਦਲ ਦੇ ਨਾਲ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜਾ ਸਕਦੀ ਹੈ? ਭਾਜਪਾ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਸਾਡੇ ਮਾਨਨੀय ਜਿਹੜੇ ਪ੍ਰਧਾਨ ਨੇ ਆਲ ਇੰਡੀਆ ਦੇ ਨੱਡਾ ਸਾਹਿਬ ਨੇ ਵੀ, ਔਰ ਅਮਿਤ ਸ਼ਾਹ ਜੀ ਇੱਥੇ ਪਿੱਛੇ ਜੇ ਆਏ ਸੀ, ਉਹਨਾਂ ਨੇ ਵੀ ਬੜਾ ਹੀ ਸਪਸ਼ਟ ਕਿਹਾ ਸੀਗਾ ਕਿ ਅਸੀਂ ਕਿਸੇ ਨਾਲ ਵੀ ਗੱਠ ਜੋੜ ਥੱਲੇ ਲੱਗ ਕੇ ਨਹੀਂ ਕਰਾਂਗੇ। ਜੇ ਕੋਈ ਸਾਨੂੰ ਸਪੋਰਟ ਕਰਨ ਆਉਂਦਾ ਜੀ ਸਦਕੇ ਆਵੇ, ਪਰ ਛੋਟਾ ਭਰਾ ਬਣ ਕੇ ਆਵੇ। ਅਸੀਂ 117 ਸੀਟਾਂ 'ਤੇ ਇੰਡੀਵਿਜੂਅਲੀ ਆਪ ਚੋਣ ਲੜਾਂਗੇ।
ਹਾਂ, ਮੈਂ ਇਹ ਗੱਲ ਮੀਡੀਆ ਦੇ ਥਰੂ ਹੀ ਸੁਣੀ ਆ ਕਿ ਨੱਡਾ ਸਾਹਿਬ ਨੇ ਸੁਖਬੀਰ ਜੀ ਨੂੰ ਕਿਹਾ, ਬਟ ਮੇਰੇ ਕੋਲ ਇਹਦਾ ਕੋਈ ਪੁਖਤਾ ਸਬੂਤ ਨਹੀਂ ਹੈਗਾ। ਤੋ ਮੈਨੂੰ ਲੱਗਦਾ ਵੀ ਨਹੀਂ ਕੋਈ ਇਦਾਂ ਦੀ ਗੱਲ ਹੋਊਗੀ। ਅੱਜ ਅਕਾਲੀ ਦਲ ਇੰਨਾ ਜ਼ਿਆਦਾ ਡਾਊਨ ਹੋਇਆ ਪਿਆ, ਸੀਟਾਂ ਉਹਨਾਂ ਦੀਆਂ ਕਿੰਨੀਆਂ ਜਿੱਤੀਆਂ, ਉਸ ਤੋਂ ਬਾਅਦ ਸੰਗਰੂਰ ਦੇ ਵਿੱਚ ਉਹ ਅੱਜ ਭਾਜਪਾ ਤੋਂ ਵੀ ਪਿੱਛੇ ਆਇਆ। ਸੋ ਉਹਨਾਂ ਦੀ ਸਪੋਰਟ ਦੀ ਕੋਈ ਗੱਲ ਬਣਦੀ ਨਹੀਂ, ਪਰ ਜੇ ਉਹ ਕਰਨਾ ਚਾਹੁੰਦੇ ਆ ਤਾਂ ਭਾਜਪਾ ਵੱਲੋਂ ਮੈਂ ਤਾਂ ਬਹੁਤ ਇੱਕ ਛੋਟਾ ਜਿਹਾ ਸਿਪਾਹੀ ਹਾਂ। ਮੇਰੇ ਉੱਤੇ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਉਹਨਾਂ ਦੇ ਥਰੂ ਹੀ ਤਾਂ ਮੈਂ ਭਾਜਪਾ 'ਚ ਸ਼ਾਮਲ ਹੋਇਆ। ਸੋ ਜੋ ਉਹ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੈ, ਔਰ ਉਹ ਕੋਈ ਫੈਸਲਾ ਕਰਨ ਤੋਂ ਪਹਿਲਾਂ ਬਹੁਤ ਵੱਡੇ ਚਿਹਰੇ, ਵੱਡੇ ਦਿਮਾਗਾਂ ਵਾਲੇ ਬੈਠੇ ਨੇ, ਉਹ ਕੋਈ ਸੋਚ ਸਮਝ ਕੇ ਹੀ ਫੈਸਲਾ ਕਰਨਗੇ। ਮੋਗਾ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੀ ਕਾਰਗੁਜ਼ਾਰੀ ਹੈ ਮੋਗਾ ਦੇ ਵਿੱਚ? ਤਾਂ ਅੱਜ ਤੁਸੀਂ ਚੰਡੀਗੜ੍ਹ ਵਿਖੇ ਪਹੁੰਚੇ ਸੀਗੇ ਔਰ ਗੱਲਬਾਤ ਜ਼ਰੂਰ ਕੀਤੀ, ਜਿਹੜੀ ਬੂਥ ਨੂੰ ਸਟਰੋਂਗ ਕਰਨ ਨੂੰ ਲੈ ਕੇ ਭਾਜਪਾ ਪੂਰੀ ਹਿਮਾਇਤ ਵਿੱਚ ਲੱਗੀ ਹੋਈ ਹੈ, ਕਿਉਂਕਿ ਐਮਸੀ ਚੋਣਾਂ ਵੀ ਆਉਣ ਵਾਲੀਆਂ ਹੈ। ਸੋ ਕਿਵੇਂ ਦੀ ਤਿਆਰੀ ਤੁਹਾਡੇ ਵੱਲੋਂ ਕੀਤੀ ਜਾਏ? ਨਹੀਂ, ਮੈਨੂੰ ਕੋਈ ਮੈਂ ਦੇਖੋ ਜਿੱਥੇ ਤੱਕ ਮੋਗੇ ਦੀ ਗੱਲ ਹੈਗੀ ਆ, ਮੈਂ ਪਿਛਲੀ ਵਾਰੀ ਉੱਥੋਂ ਐਮਐਲਏ ਰਿਹਾ ਵੀ ਹਾਂ ਭਾਜਪਾ ਵੱਲੋਂ, ਇਸ ਵਾਰੀ ਮੈਂ ਚੋਣ ਲੜੀ ਵੀ ਹੈ। ਔਰ ਇਹ ਠੀਕ ਹੈ, ਜੋ ਹਾਲਾਤ ਬਣੇ ਹੈਗੇ ਆ ਸਾਰਿਆਂ ਨੂੰ ਪਤਾ ਹੈਗਾ, ਤੁਹਾਡੇ ਦਰਸ਼ਕ ਵੀ ਬਹੁਤ ਸਾਰੇ ਇਸ ਗੱਲ ਨੂੰ ਜਾਣਦੇ ਆ ਕਿ ਕੀ ਸਰਕਮਸਟਾਂਸਿਸ ਬਣੇ ਔਰ ਕਿਵੇਂ ਆ। ਅੱਜ ਦੀ ਜੇ ਤੁਸੀਂ ਗੱਲ ਕਰੋ ਤਾਂ ਭਾਜਪਾ ਇਸ ਗੱਲ ਵਾਸਤੇ ਆਪਣਾ ਮਨ ਬਣਾਈ ਬੈਠੀ ਹੈ। 24 ਦੇ ਵਿੱਚ ਵੀ ਅਸੀਂ ਇਸ ਇਲੈਕਸ਼ਨ ਨੂੰ ਹੋਲ ਹਾਰਟਲੀ ਲੜਾਂਗੇ ਔਰ ਡੈਫੀਨੇਟਲੀ ਇਹਨੂੰ ਜਿੱਤਾਂਗੇ। ਇਸੇ ਤਰੀਕੇ ਨਾਲ 27 ਦੇ ਵਿੱਚ ਸਰਕਾਰ ਬਣਾਵਾਂਗੇ ਭਾਜਪਾ ਦੀ। ਔਰ ਪੰਜਾਬ ਦੇ ਵਿੱਚ ਇਸ ਵੇਲੇ ਭਾਜਪਾ ਦੀ ਸਰਕਾਰ ਬਣਾਉਣਾ, ਭਾਜਪਾ ਦੀ ਕੋਈ ਉਹ ਨਹੀਂ ਹੈਗੀ ਬਹੁਤੀ ਕਿ ਭਾਜਪਾ ਨੇ ਸਰਕਾਰ ਬਣਾਉਣੀ। ਅੱਜ ਸਟੇਟ ਦੀ ਇੱਕ ਲੋੜ ਬਣੀ ਪਈ ਹੈ ਕਿ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਬਣੇ। ਜੋ ਹਾਲਾਤ ਬਣੇ ਪਏ ਆ ਕਾਂਗਰਸ ਦੇ ਵੇਲੇ, ਅਕਾਲੀ ਦਲ ਦੇ ਵੇਲੇ, ਔਰ ਸਭ ਤੋਂ ਮਾੜਾ ਹਾਲ ਆ 3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹੋ ਗਿਆ। ਹਰ ਗੱਲ ਦੇ ਉੱਤੇ ਇੱਕ ਡਰਾਮਾ ਕੀਤਾ ਜਾ ਰਿਹਾ, ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡੀਆਂ ਪਈਆਂ, ਔਰ ਰੋਜ਼ ਨੌਜਵਾਨਾਂ ਦਾ ਕਤਲ ਹੋ ਰਹੇ ਆ, ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਔਰ ਬੰਦੇ ਮਰ ਰਹੇ ਆ। ਮੈਂ ਮੂਸੇਵਾਲ ਸਾਹਿਬ ਦੇ ਭੋਗ ਤੋਂ ਇੱਕ ਨਿਕਲ ਰਹੇ ਬੰਦੇ ਦਾ ਤੁਹਾਡੇ ਮੀਡੀਆ ਦੇ ਉੱਤੇ ਹੀ ਬਿਆਨ ਸੀਗਾ, ਉਹ ਮੈਂ ਸੁਣ ਰਿਹਾ ਸੀ। ਉਹ ਕਹਿੰਦਾ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਪੱਲੇ ਕੁਛ ਨਹੀਂ, ਇਹਨਾਂ ਤੋਂ ਨਹੀਂ ਹੋਣਾ, ਇੱਥੇ ਮੋਦੀ ਜੀ ਤੇ ਜੋਗੀ ਜੀ ਵਰਗਾ ਬੰਦਾ ਆਊਗਾ ਤਾਂ ਜਾ ਕੇ ਪੰਜਾਬ ਕਿ ਮੁੜ ਭਾਜਪਾ ਰਿਵਾਈਵ ਪੰਜਾਬ ਦੇ ਵਿੱਚ ਹੋ ਸਕਦੀ? ਡੈਫੀਨੇਟਲੀ ਹੋਊਗੀ। ਅੱਜ ਅਸੀਂ ਉਹ ਅਕਾਲੀ ਦਲ ਤੋਂ ਅੱਗੇ ਆ ਗਏ ਹਾਂ। ਅੱਜ ਅਸੀਂ ਸੰਗਰੂਰ ਦੇ ਵਿੱਚ ਦੇਖੋ ਤੁਸੀਂ 10% ਅਸੀਂ ਵੋਟਾਂ ਲਈਆਂ, ਔਰ ਜਿੱਥੇ ਕਦੇ ਹਾਲਾਤ ਇੱਦਾਂ ਦੇ ਸੀਗੇ ਕਿ ਪਿੰਡਾਂ ਦੇ ਵਿੱਚ ਕਹਿੰਦੇ ਸੀ ਵੜਨ ਨਹੀਂ ਦੇਣਾ ਭਾਜਪਾ ਨੂੰ, ਅੱਜ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਜਾਂ ਮੈਂ ਆਪਣੇ ਮੋਗੇ ਦੀ ਇਲੈਕਸ਼ਨ ਦੀ ਗੱਲ ਕਰਾਂ, ਹਰ ਬੂਥ ਦੇ ਉੱਤੇ ਸਾਡੇ ਬੰਦੇ ਬੈਠੇ ਆ, ਹਰ ਬੂਥ ਸਾਡਾ ਲੱਗਿਆ ਹੈਗਾ, ਔਰ ਇਹ ਦਿਨ ਬ ਦਿਨ ਮਜ਼ਬੂਤ ਹੋ ਰਹੇ ਆ। ਮੈਂ ਪਿਛਲੇ ਦਿਨੀ ਭਾਜਪਾ ਦੀ ਅਸੀਂ ਰੈਲੀ ਕੀਤੀ ਹੈ, ਉੱਥੇ ਤਕਰੀਬਨ ਕਾਫੀ ਇਕੱਠ ਸੀਗਾ, ਔਰ ਅਸੀਂ ਤਕਰੀਬਨ 125 ਦੇ ਕਰੀਬ ਲੇਡੀਜ਼ ਤੇ ਜੈਂਟਸ ਜਿਹੜੇ ਆ ਉਹ ਜੁਆਇਨ ਕਰਾਏ। ਔਰ ਰੋਜ਼ ਤੁਸੀਂ ਮੇਰੀ ਫੇਸਬੁੱਕ ਨੂੰ ਜਾਂ ਉਹਨੂੰ ਫੋਲੋ ਕਰਕੇ ਦੇਖੋ, ਰੋਜ਼ 1-2 ਬੰਦੇ ਜਿਹੜੇ ਆ ਭਾਜਪਾ ਨੂੰ ਜੁਆਇਨ। ਦਾ ਟਾਰਗੇਟ ਹੈ ਕਿ ਬੂਥ ਲੈਵਲ ਤੇ ਸਟਰੋਂਗ ਕਰਕੇ ਪਾਰਟੀ ਨੂੰ ਸਟਰੋਂਗ ਕਰਨਾ ਹੈ, ਤੁਸੀਂ ਉਸੇ ਦੀ ਤਿਆਰੀਆਂ ਵਿੱਚ ਲੱਗ ਚੁੱਕੇ ਹੋ? ਦੇਖੋ, ਮੈਂ ਆਪਣੇ ਹਲਕੇ ਦੇ ਵਾਸਤੇ ਤਾਂ ਮੈਂ ਸ਼ੁਰੂ ਤੋਂ ਹੀ ਲੱਗਿਆ ਪਿਆ। ਹਾਲਾਤਾਂ ਨੇ ਜੋ ਕਰਵਟ ਬਦਲੀ, ਉਹਦੇ ਵਿੱਚ ਜੋ ਸਾਰੇ ਪੰਜਾਬ ਨਾਲ ਹੋਇਆ, ਮੇਰੇ ਤੋਂ ਉਹਦੇ ਤੋਂ ਵੀ ਪਹਿਲਾਂ ਹੀ, ਮੈਂ ਤਾਂ ਉਦੋਂ ਪਹਿਲਾਂ ਹੀ ਮੈਨੂੰ ਤਾਂ ਮਾਰ ਕੇ ਛੱਡ ਗਏ, ਪੰਜਾਬ ਤਾਂ ਬਾਅਦ 'ਚ ਮਰਿਆ। ਪਰ ਮੈਂ ਫਿਰ ਵੀ ਲੱਗਿਆ ਪਿਆ, ਜੱਦੋ ਜਹਿਦ ਦੇ ਵਿੱਚ ਹਾਂ, ਔਰ ਮੈਨੂੰ ਇਸ ਗੱਲ ਦੀ ਪੂਰੀ ਆਸ ਹੈ, ਮੈਂ ਉਸ ਪਰਮਾਤਮਾ ਦੀ, ਉਸ ਵਾਹਿਗੁਰੂ ਦੀ ਕਿਰਪਾ ਨਾਲ ਔਰ ਆਪਣੇ ਲੋਕਾਂ ਦੀ ਸੰਜੀਦਗੀ ਦੇ ਨਾਲ ਅਗਲੀ ਜਿਹੜੀ ਇਲੈਕਸ਼ਨ ਹੋਊਗੀ ਉਹ 27 'ਚ ਹੋ ਜਾਵੇ ਜਾਂ ਜਿਹੜੇ ਇਹਨਾਂ ਦੇ ਲੱਛਣ ਆ ਪਹਿਲਾਂ ਹੋ ਜਾਵੇ, ਅਸੀਂ ਡੈਫੀਨੇਟਲੀ ਮੋਗਾ ਵੀ ਜਿੱਤਾਂਗੇ ਔਰ ਪੰਜਾਬ ਦੇ ਵਿੱਚ ਵੀ ਭਾਜਪਾ ਜਿੱਤੂਗੀ। ਔਰ ਅੱਜ ਇਹ ਲੋਕਾਂ ਦੀ ਜ਼ੁਬਾਨ ਦੇ ਉੱਤੇ ਗੱਲ ਆ ਚੁੱਕੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਇੱਕੋ ਇੱਕ ਪਾਰਟੀ ਆ। ਅਕਾਲੀ ਦਲ ਵੀ ਦੇਖ ਲਿਆ, ਕਾਂਗਰਸ ਵੀ ਦੇਖ ਲਈ, ਝਾੜੂ ਵੀ ਹੁਣ ਦੇਖ ਲਿਆ, ਇੱਕੋ ਇੱਕ ਪਾਰਟੀ ਆ ਭਾਜਪਾ ਆ ਜਿਹਦਾ ਸਟਰੋਂਗ ਹੈਗੀ ਆ। ਹਾਂ ਬਿਲਕੁਲ, ਭਾਜਪਾ ਹੀ ਇੱਕੋ ਇੱਕ ਪਾਰਟੀ ਆ ਜਿਹੜੀ ਸੰਜੀਦਗੀ ਦੇ ਨਾਲ ਆਪਣੇ ਬਾਰਡਰ ਸਟੇਟ ਪੰਜਾਬ ਦੀ ਰਾਖੀ ਕਰ ਸਕਦੀ ਔਰ ਇੱਥੇ ਇੱਕ ਸਟੇਬਲ ਸਰਕਾਰ ਦੇ ਸਕਦੀ ਹੈ। ਪੰਜਾਬ ਤੇ ਚੜਿਆ ਜਿਹੜਾ ਕਰੋਨਾ, ਜਿਵੇਂ ਜਿਵੇਂ ਪਹਿਲਾਂ ਇਹ ਕਹਿੰਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ, ਯਾਨੀ ਕਿ ਹੁਣ ਭਾਜਪਾ ਬੋਲੇਗੀ ਇੱਕ ਮੌਕਾ ਭਾਜਪਾ। ਡੈਫੀਨੇਟਲੀ, ਔਰ ਇਹ ਮੌਕਾ ਭਾਜਪਾ ਵਾਸਤੇ ਨਹੀਂ, ਇਹ ਮੌਕਾ ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ ਦੇਣਾ ਪੈਣਾ, ਤਾਂ ਕਿ ਸਾਡਾ ਬਾਰਡਰ ਸਟੇਟ ਹੈ, ਇੱਥੇ 2 ਹੀ ਚੀਜ਼ਾਂ ਦੀ ਪ੍ਰਾਇੋਰਟੀ ਹੈ, ਇੱਕ ਲਾਅ ਐਂਡ ਆਰਡਰ, ਇੱਕ ਡਰੱਗਸ। ਦੋਨਾਂ ਤੋਂ ਜੇ ਬਚਣਾ, ਤੀਜਾ ਸਾਡੇ ਤੇ ਕਰੋੜਾਂ ਰੁਪਈਆਂ ਦਾ ਕਰਜ਼ਾ,
ਤੇ ਜਿਨ੍ਹਾਂ ਦਾ ਕਰਜ਼ ਹੈਗਾ ਸੈਂਟਰ ਸਰਕਾਰ ਦਾ, ਉਹਨੂੰ ਹੀ ਕਹਿ ਦਈਏ ਆ ਲਓ ਭਾਈ ਤੁਸੀਂ ਚਲਾ ਲਓ ਤੇ ਆਪੇ ਹੀ ਲਕੀਰ ਫੇਰ ਦਿਓ। ਦੋ ਗੱਲਾਂ ਮੈਂ ਤੁਹਾਡੇ ਨਾਲ ਹੋਰ ਕਰਨੀਆਂ ਚਾਹੁੰਦਾ। ਕੱਲ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਦੋ ਮਤੇ ਪਾਸ ਕੀਤੇ, ਇੱਕ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ, ਇੱਕ ਅਗਨੀਪਥ ਨੂੰ ਲੈ ਕੇ। ਮੈਂ ਉਹਨਾਂ ਦੋਨਾਂ ਦੇ ਉੱਤੇ ਤੁਹਾਡੇ ਨਾਲ ਤੇ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ। ਪੰਜਾਬ ਯੂਨੀਵਰਸਿਟੀ ਨੂੰ ਅਜੇ ਤੱਕ ਭਾਜਪਾ ਦੀ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਕੋਈ ਆਪਣੇ ਹੱਥਾਂ 'ਚ ਲੈਣ ਦੀ ਕਾਰਵਾਈ ਸ਼ੁਰੂ ਨਹੀਂ ਕੀਤੀ। ਇੱਥੇ ਜਿਹੜਾ ਯੂਟੀ ਹੈਗਾ, ਇੱਥੋਂ ਦੇ ਮੁਲਾਜ਼ਮਾਂ ਨੇ ਕੋਰਟ ਦੇ ਵਿੱਚ ਕੇਸ ਵੀ ਕੀਤਾ ਸੀ, ਸੈਂਟਰ ਦੀ ਸਰਕਾਰ ਨੂੰ ਮਿਲ ਕੇ ਮੰਗ ਵੀ ਰੱਖੀ ਕਿ ਜਿਹੜੀ ਯੂਟੀ ਆ ਇਹ ਸੈਂਟਰ ਦੀ ਹੈਗੀ ਆ, ਇੱਥੇ ਕਦੀ ਪੰਜਾਬ ਦੇ ਤੇ ਕਦੀ ਹਰਿਆਣੇ ਦੇ ਕਾਨੂੰਨ ਲਾਗੂ ਹੋ ਜਾਂਦੇ, ਸਾਨੂੰ ਸੈਂਟਰਲ ਜਿਹੜੀ ਆ ਸਰਵਿਸ ਰੂਲਸ ਲਾਗੂ ਕਰੋ। ਤਾਂ ਸੈਂਟਰਲ ਨੇ ਰੂਲ ਲਾਗੂ ਕੀਤੇ ਮੁਲਾਜ਼ਮਾਂ ਦੀ ਮੰਗ ਤੇ। ਅੱਜ ਯੂਨੀਵਰਸਿਟੀ ਦੇ ਜਿਹੜੇ ਮੁਲਾਜ਼ਮ ਹੈਗੇ ਆ, ਉਹ ਇਹ ਮੰਗ ਕਰ ਰਹੇ ਆ ਕਿ ਪੰਜਾਬ ਸਰਕਾਰ ਕੋਲੋਂ ਤਕਰੀਬਨ ਜਿਹੜਾ ਕਰੋੜਾਂ ਰੁਪਈਏ ਦਾ ਮਹੀਨੇ ਦਾ ਬਜਟ ਹੈ, ਔਰ ਜਿਹੜਾ ਪਿਛਲਾ ਉਹਦਾ ਬੈਕਲੌਗ ਹੈ ਉਹ ਨਹੀਂ ਚੁਕਾਇਆ ਜਾ ਰਿਹਾ। ਪੰਜਾਬ ਸਰਕਾਰ ਕੋਲੇ ਇੱਕੋ ਹੀ ਕੰਮ ਲਈ ਪੈਸੇ ਆ, 3 ਮਹੀਨਿਆਂ 'ਚ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਕਰਜ਼ਾ ਵੀ ਲੈ ਕੇ, ਤੇ ਐਡਵਰਟਾਈਜ਼ਮੈਂਟ ਜਿਹੜੇ ਕਦੀ ਚੰਨੀ ਜੀ ਹੁਣਾਂ ਨੂੰ ਕਹਿੰਦੇ ਸੀ, ਅੱਜ ਬੋਰਡ ਭਰੇ ਪਏ ਆ ਭਗਵੰਤ ਮਾਨ ਜੀ ਦੀ ਫੋਟੋ ਨਾਲ। ਔਰ ਉਹ ਹਿਮਾਚਲ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਤੇ ਉੜੀਸਾ ਤੱਕ ਵੀ ਅਖਬਾਰਾਂ 'ਚ ਐਡਵਰਟਾਈਜ਼ਮੈਂਟ ਕਰੋੜਾਂ ਰੁਪਈਆਂ ਦੀ ਦੇ ਦਿੱਤੀ ਆ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਕੋਲੇ ਕੋਈ ਫੰਡ ਨਹੀਂ ਹੈਗਾ। ਸੋ ਇਸ ਕਰਕੇ ਜਿਹੜੇ ਕੁਝ ਮੁਲਾਜ਼ਮ ਹੈਗੇ, ਇਹ ਉਹਨਾਂ ਦੀ ਡਿਮਾਂਡ ਜ਼ਰੂਰ ਸੀ, ਪਰ ਅਜੇ ਤੱਕ ਸੈਂਟਰ ਨੇ ਕੋਈ ਇਹਦੇ ਤੇ ਇੱਦਾਂ ਦਾ ਐਕਸ਼ਨ ਨਹੀਂ ਲਿਆ। ਜਿੱਥੇ ਤੱਕ ਇਹਨਾਂ ਨੇ ਕੱਲ੍ਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਮਤਾ ਪਾਸ ਕੀਤਾ, ਮੈਂ ਚਾਹੁੰਦਾ ਕਿ ਜਿੱਦਣ ਉਹ ਸਟੂਡੈਂਟ ਐਜੀਟੇਸ਼ਨ ਕਰਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਟਾਈਮ ਲੈ ਕੇ ਉਹਨਾਂ ਨੂੰ ਮਿਲਣ ਗਏ ਸੀ, ਜੇ ਇਹ ਏਡੇ ਹੀ ਸੰਜੀਦਾ ਸੀ ਉਸ ਯੂਨੀਵਰਸਿਟੀ ਨਾਲ, ਤਾਂ ਉਹ ਸਟੂਡੈਂਟਾਂ ਨੂੰ ਮਿਲੇ ਕਿਉਂ ਨਹੀਂ? ਇੱਕ ਆਪਣਾ OSD ਭੇਜਿਆ, ਉਹਨਾਂ ਨੂੰ ਵੀ PCS ਅਫਸਰ ਹੋਣ ਦੇ ਬਾਵਜੂਦ ਹੀ ਵਾਜ਼ ਆਸਕਿੰਗ ਟੂ ਸਟੂਡੈਂਟਸ ਕਿ ਇਹਦਾ ਆਪਾਂ ਕੋਈ ਕੇਸ ਕੂਸ ਕੀਤਾ? ਤੁਹਾਡੀ ਸਰਕਾਰ ਆ, ਤੁਸੀਂ ਅਫਸਰ ਹੋ, OSD ਟੂ CM ਹੈ, ਤੁਸੀਂ ਤਾਂ ਸਟੂਡੈਂਟਾਂ ਨੂੰ ਦੱਸੋ ਵੀ ਅਸੀਂ ਆਹ ਕੀਤਾ ਤੇ ਆਹ ਕਰ ਰਹੇ, ਤੁਸੀਂ ਸਟੂਡੈਂਟਾਂ ਨੂੰ ਪੁੱਛ ਰਹੇ। ਜੇ ਭਗਵੰਤ ਮਾਨ ਜੀ ਇਸ ਯੂਨੀਵਰਸਿਟੀ ਵਾਸਤੇ ਔਰ ਉਹਨਾਂ ਦੀ ਸਰਕਾਰ ਇਸ ਯੂਨੀਵਰਸਿਟੀ ਇੰਨੀ ਸੰਜੀਦਾ ਸੀ, ਤੇ ਉੱਥੇ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਸੀ। ਉਹ ਉਹਨਾਂ ਸਟੂਡੈਂਟਸ ਨੂੰ, ਉਹਨਾਂ ਇੰਪਲਾਈਜ਼ ਨੂੰ, VC ਸਾਹਿਬ ਨੂੰ ਇੱਕ ਕੰਬਾਈਨਡ ਮੀਟਿੰਗ ਕਰਦੇ ਔਰ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਲੀਡਰਸ ਨੂੰ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਜੀ ਨੂੰ ਜਾਂ ਜਿਹਨੂੰ ਮਰਜ਼ੀ ਅੱਗੇ ਵੀ ਮਿਲ ਕੇ ਆਉਂਦੇ ਦੱਸਦੇ ਵੀ ਅਸੀਂ ਖਰਚਾ ਇਹਦਾ ਚੱਕਾਂਗੇ, ਯੂਨੀਵਰਸਿਟੀ ਸਾਡੀ ਆ, ਸਾਡੇ ਕੋਲ ਰਹਿਣ ਦਿਓ। ਦੂਜਾ, ਇਹਨਾਂ ਨੇ ਇੱਕ ਮਤਾ ਪਾਸ ਕੀਤਾ ਅਗਨੀਪਥ ਦੇ ਉੱਤੇ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹੋ ਜਿਹਾ ਕਾਨੂੰਨ ਆ ਕਿ ਉੱਥੋਂ ਦੇ ਯੂਥ ਨੂੰ ਜ਼ਰੂਰੀ ਹੁੰਦੀ ਹੈ ਕਿ ਉਹ ਆਰਮੀ ਦੀ ਜੋਬ ਜੁਆਇਨ ਕਰਨ, ਪਰ ਭਾਰਤ ਸਰਕਾਰ ਪਹਿਲੀ ਇਹੋ ਜਿਹੀ ਸਰਕਾਰ ਆ ਜਿਹਨੇ ਕੋਈ ਕੰਪਲਸ਼ਨ ਨਹੀਂ ਲਾਈ। ਤੁਸੀਂ ਰੇਲਾਂ ਸਾੜੀ ਜਾਂਦੇ ਆ, ਤੁਸੀਂ ਵਿਧਾਨ ਸਭਾ ਦੇ ਵਿੱਚ ਵਿਰੋਧ ਮਤਾ ਪਾਸ ਕਰੀ ਜਾਂਦੇ ਅਗਨੀਪਥ ਦੇ, ਕਿਸੇ ਸਰਕਾਰ ਨੇ ਤੁਹਾਨੂੰ ਕਿਹਾ ਵੀ ਤੁਹਾਡੇ ਬੱਚਿਆਂ ਨੂੰ ਜ਼ਬਰਦਸਤੀ ਭਰਤੀ ਕਰਨਾ? ਇਦੋਂ ਵੱਡੀ ਕੀ ਗੱਲ ਹੋ ਸਕਦੀ ਹੈ? ਉਹ ਯੂਥ ਜਿਹੜਾ ਇਸ ਵੇਲੇ ਵਿਦੇਸ਼ਾਂ ਨੂੰ ਭੱਜ ਰਿਹਾ, ਉਹਦੇ ਕੋਲ ਨੌਕਰੀ ਨਹੀਂ। ਉਹ ਯੂਥ ਜਿਹੜਾ ਅੱਜ ਟੀਕੇ ਤੇ ਨਸ਼ਿਆਂ 'ਚ ਪਿਆ ਪਿਆ, ਉਸ ਉਮਰ ਵਾਲੇ ਯੂਥ ਨੂੰ 10ਵੀਂ ਤੋਂ ਬਾਅਦ ਜੇ ਉਹ ਜੁਆਇਨ ਕਰਦਾ ਤਾਂ ਉਹਨੂੰ 12ਵੀਂ ਦਾ ਸਰਟੀਫਿਕੇਟ ਵੀ ਮਿਲੂਗਾ, 4 ਸਾਲ ਦੀ ਫੌਜੀ ਟ੍ਰੇਨਿੰਗ ਮਿਲ ਜਾਣੀ ਆ, ਨਾਲ ਉਹਨੂੰ 4,60,000 ਰੁਪਈਆ ਪਹਿਲੇ ਸਾਲ ਦਾ, ਤੇ ਅਖੀਰਲੇ ਸਾਲ ਤੱਕ ਵੱਧ ਕੇ 6,60,000 ਹੋ ਜਾਣਾ। ਔਰ ਜਦੋਂ ਉਹਨਾਂ ਨੇ ਆਉਣਾ, ਮੇਰੀ 1 ਮਿੰਟ ਪੂਰੀ ਹੋ ਲੈਣ ਦਿਓ, ਮੈਂ ਤੁਹਾਡੇ ਜਵਾਬ, ਔਰ ਜਦੋਂ ਉਹਨਾਂ ਦੀ ਜੌਬ ਪੂਰੀ ਹੋ ਜਾਣੀ 4 ਸਾਲ ਬਾਅਦ, ਉਹਦੇ ਵਿੱਚੋਂ ਜੇ ਫੌਜ ਦੀ ਭਰਤੀ 10,000 ਦੀ ਹੁੰਦੀ ਸੀ ਤਾਂ ਇਹ 40 ਕਰਨ ਲੱਗੇ ਆ। ਜਿਹੜਾ 10 ਹੈਗਾ ਉਹ ਤਾਂ 25% ਅਪਡੇਟ ਕਰ ਹੀ ਦੇਣਾ, ਔਰ ਜਿਹੜਾ ਬਾਕੀ ਹੈਗਾ, ਬਾਕੀਆਂ ਨੂੰ ਵੀ ਨਾਲ ਟ੍ਰੇਨਿੰਗ ਮਿਲਣੀ ਹੈ, ਨਾਲ ਐਜੂਕੇਸ਼ਨ ਮਿਲਣੀ ਹੈ, ਔਰ ਨਾਲ ਉਹਨਾਂ ਨੂੰ ਕਰੀਬ 35-40 ਲੱਖ ਰੁਪਈਏ ਦਾ ਪੈਕ। ਇੱਕ ਬੱਚਾ 20-22 ਸਾਲ ਦਾ ਜਦੋਂ ਆ ਜਾਊਗਾ, ਅਜੇ ਉਹਦੀ ਜੌਬ ਲਈ ਐਲੀਜੀਬਿਲਟੀ ਬਣੀ ਹੈ, ਪ੍ਰਾਈਵੇਟ ਲਈ ਛੱਡ ਕੇ ਸਰਕਾਰੀ ਲਈ ਵੀ ਬਣੀ ਪਈ ਹੈ, ਔਰ ਉਹਦੀ ਪ੍ਰਾਇਓਰਟੀ ਹੋਊਗੀ ਕਿ ਉਹ ਫੌਜ ਦੀ ਨੌਕਰੀ ਕਰਕੇ ਆਇਆ। ਔਰ ਮੈਂ ਸਮਝਦਾ ਕਿ ਮੈਂ ਇੱਕ ਫੌਜੀ ਦਾ ਮੁੰਡਾ, ਔਰ ਇੱਕ ਫੌਜੀ ਦੀ ਜ਼ਿੰਦਗੀ ਇੰਨੀ ਡਿਸਿਪਲਿਨਡ ਹੋ ਜਾਂਦੀ ਹੈ ਕਿ ਸਾਰੀ ਉਮਰ ਉਹਦੇ 'ਚ ਰਾਸ਼ਟਰਵਾਦ ਦੀ ਭਾਵਨਾ ਕੁੱਟ-ਕੁੱਟ ਕੇ ਭਰ ਜਾਂਦੀ ਹੈ। ਉਹ ਕੋਈ ਮਾੜੇ ਕੰਮ ਨਹੀਂ ਕਰੂਗਾ, ਉਹ ਗੈਂਗਸਟਰਸ ਜਾਂ ਦੂਜੇ ਪਾਸੇ ਨਹੀਂ ਜਾਊਗਾ।
करना जो है कि ठीक है अग्निपथ योजना आई है लेकिन उस तो बाद नौजवान किस पासे जाएंगे क्योंकि नौकरियां ਤਾਂ ਪਹਿਲੇ ਹੀ ਨਹੀਂ ਹੈ ਉਸ ਤੋਂ ਬਾਅਦ ਕਿੱਥੇ ਜਾਣਗੇ ਸਰ ਇਸ ਚੀਜ਼ ਦਾ ਵਿਰੋਧ ਹੈ ਕਿ ਜਦੋਂ ਸਰ ਉਹ 12ਵੀਂ 10ਵੀਂ 11ਵੀਂ ਨਹੀਂ ਕਰਨਗੇ ਦੇਖੋ ਐਜੂਕੇਸ਼ਨ ਦਾ ਇੱਕ ਲੈਵਲ ਹੁੰਦਾ ਹਰ ਐਜੂਕੇਸ਼ਨ ਪਾਸ ਕਰਕੇ ਫਿਰ ਹੁਣ ਜੇ ਇੱਕ ਬਿਗ ਬੱਚੇ ਨੇ ਮਾਸਟਰਸ ਕੀਤੀ ਹੋਏਗੀ ਜਿਹਨੇ ਪੂਰੀ ਪੜ੍ਹਾਈ ਕੀਤੀ ਹੈ ਔਰ ਇੱਕ ਬੱਚੇ ਨੇ ਸਿਰਫ ਉਹਨੇ ਟ੍ਰੇਨਿੰਗ ਕਰਕੇ ਉੱਥੇ ਚਲਾ ਗਿਆ ਲੇਕਿਨ ਉਸ ਤੋਂ ਬਾਅਦ ਉਹ ਫ੍ਰੀ ਹੈ ਤਾਂ ਪ੍ਰਾਇੋਰਟੀਜ਼ ਫਿਰ ਬਦਲ ਜਾਂਦੀ ਨਾ ਕੰਪਨੀਆਂ ਦੀ ਵੀ तमाम ਚੀਜ਼ਾਂ ਸਵਾਲ ਇਸ ਚੀਜ਼ ਨੂੰ ਲੈ ਕੇ ਵਿਰੋਧ ਹੋ ਰਿਹਾ ਕਿ ਆਖਿਰ ਉਸ ਤੋਂ ਬਾਅਦ ਉਹ ਲੋਕ ਕੀ ਕਰਨਗੇ ਕਿੱਥੇ ਜਾਣਗੇ ਕਿਉਂਕਿ 25% ਹੀ ਸਿਰਫ ਉਹਨਾਂ ਨੇ ਰਿਜ਼ਰਵੇਸ਼ਨ ਦਿੱਤਾ ਹੈ ਲੇਕਿਨ ਜਿਹੜੇ ਬਾਕੀ 75 ਉਹ ਕਿੱਥੇ ਜਾਣਗੇ ਸਰ ਤੁਹਾਡਾ ਕੁਐਸਚਨ ਬਹੁਤ ਵਧੀਆ ਆ ਔਰ ਇਹ ਤੁਹਾਡਾ ਹੀ ਨਹੀਂ ਇਹ ਲੋਕਾਂ ਦਾ ਕੁਐਸਚਨ ਹੈ ਔਰ ਇਹ ਚੀਜ਼ ਨੂੰ ਲੋਕਾਂ ਦੇ ਵਿੱਚ ਪਹੁੰਚਾਇਆ ਹੀ ਨਹੀਂ ਜਾ ਰਿਹਾ ਜਿਹੜੇ ਬੱਚੇ 25% ਅੱਗੇ ਅਬਜ਼ੌਰਬ ਹੋ ਜਾਣੇ ਆ ਤੁਸੀਂ ਦੇਖੋ 10ਵੀਂ ਵਾਲੇ ਬੱਚੇ ਦੀ ਉਮਰ ਕਿੰਨੀ ਹੁੰਦੀ ਆ 16 ਸਾਲ ਇੱਥੇ 17 ਸਾਲ ਤੋਂ ਲੈ ਕੇ 21 ਸਾਲ ਤੱਕ ਦਾ ਬੱਚਾ ਲੈਣਾ ਜਿਹੜਾ 4 ਸਾਲ ਉੱਥੇ ਬੱਚਾ ਲਾ ਲੂਗਾ 17 ਤੇ 4 21 ਸਾਲ ਦਾ ਹੋ ਗਿਆ 21 ਵਾਲਾ ਵੀ ਗਿਆ ਤਾਂ 24 25 ਸਾਲ ਦਾ ਆ ਗਿਆ ਔਰ ਉਹਦੇ ਲਈ ਗੌਰਮੈਂਟ ਜੌਬ ਲਈ ਵੀ ਉਹ ਐਲੀਜੀਬਲ ਹੈਗਾ ਔਰ ਮੈਂ ਦੇਖਿਆ ਪਿੱਛੇ ਜਿਹੇ ਅਰਦਲੀਆਂ ਦੀਆਂ ਪੋਸਟਾਂ ਨਿਕਲੀਆਂ ਉਹਦੇ ਵਿੱਚ ਅਪਲਾਈ ਕਰਨ ਵਾਲੀ ਮੇਰੇ ਕੋਲ ਇੱਕ ਸਿਫਾਰਿਸ਼ ਆਈ ਕੁੜੀ ਦੀ PhD ਕੀਤੀ ਜਿਹੜੀ ਜੱਜ ਦੇ ਮੂਹਰੇ ਆਵਾਜ਼ਾਂ ਮਾਰਨ ਵਾਲੀ ਅਰਦਲੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਅੱਜ ਲੋਕ ਬੱਚੇ ਹਾਇਰ ਐਜੂਕੇਸ਼ਨ ਲਈ ਬੈਠੇ ਇਹ ਤੁਸੀਂ ਗੱਲ ਕਰ ਰਹੇ ਹੋ ਕੁਝ ਸਾਲ ਪਿਛਲਿਆਂ ਦੀ ਹੁਣ ਤਾਂ ਮੈਂ ਆਈ ਐਮ ਆਲਸੋ ਰਨਿੰਗ ਐਜੂਕੇਸ਼ਨਲ ਇੰਸਟੀਚਿਊਟ +2 ਵਾਲੇ ਬੱਚੇ ਨੂੰ ਤੁਸੀਂ ਕੁੜੀ ਨੂੰ ਮੁੰਡੇ ਨੂੰ ਪੁੱਛੋ ਬੇਟਾ ਇਦੋਂ ਅੱਗੇ ਕੀ ਕਰਨਾ ਉਹਨੂੰ ਆਇਲਟਸ ਕਹਿਣਾ ਵੀ ਨਹੀਂ ਆਉਂਦਾ ਆਈਲਟ ਕਹੂਗਾ ਹਰ ਬੱਚਾ ਅੱਜ ਬਾਹਰ ਨੂੰ ਭੱਜਣ ਲੱਗਿਆ ਅਸੀਂ ਕਰ ਕੀ ਰਹੇ ਹਾਂ ਅਸੀਂ ਮੰਗ ਕੀ ਕਰ ਰਹੇ ਕਿ ਸਾਡੇ ਬੱਚੇ ਸਾਡੇ ਦੇਸ਼ 'ਚ ਰਹਿਣ ਸਾਡੇ ਬੱਚੇ ਨਸ਼ਿਆਂ ਤੋਂ ਬਚੇ ਰਹਿਣ ਸਾਡੇ ਬੱਚਿਆਂ ਕੋਲ ਰੋਜ਼ਗਾਰ ਹੋਵੇ ਤੁਹਾਨੂੰ ਰੋਜ਼ਗਾਰ ਕਿਉਂ ਨਹੀਂ ਮਿਲ ਰਿਹਾ ਅੱਜ ਅੰਗਰੇਜ਼ਾਂ ਦੀ ਬਣਾਈ ਹੋਈ ਸਿੱਖਿਆ BA ਕਰਾ ਲਓ MA ਕਰਾ ਲਓ ਅੱਜ ਕਲਰਕਾਂ ਦੀ ਨਹੀਂ ਉਹਨਿਆਂ ਦੀ ਲੋੜ ਹੈਗੀ BA MA ਦੀ ਨਹੀਂ ਲੋੜ ਅੱਜ ਜਿਹੜੇ ਸਾਡੇ ਬੱਚੇ ਕਦੀ ਤੁਸੀਂ ਡਾਕਟਰ ਨੂੰ ਐਜੂਟੇਸ਼ਨ ਕਰਦਾ ਨੌਕਰੀ ਵਾਸਤੇ ਦੇਖਿਆ ਹਮੇਸ਼ਾ ਡਾਕਟਰਾਂ ਦੀਆਂ ਪੋਸਟਾਂ ਜ਼ਿਆਦਾ ਹੁੰਦੀਆਂ ਡਾਕਟਰ ਅਵੇਲੇਬਲ ਨਹੀਂ ਕਿਉਂ ਅਗਲਾ ਆਪਦਾ ਕੰਮ ਕਰਕੇ ਬਹਿ ਜਾਂਦਾ ਸਾਡੇ ਬੱਚੇ ਜਿਨ੍ਹਾਂ ਵਾਸਤੇ ਅਸੀਂ ਟੈਕਨੀਕਲ ਕਾਲਜਿਸ ਖੋਲ੍ਹੇ ਸੀ ਉਹ ਅੱਜ ਇੰਜੀਨੀਅਰਿੰਗ ਕਰਕੇ ਵੀ ਸਰਕਾਰੀ ਨੌਕਰੀ ਮੰਗਦਾ SDO ਆਪਦਾ ਕੰਮ ਨਹੀਂ ਕਰਕੇ ਰਾਜੀ ਕੋਈ ਸੋ ਇਹ ਇੱਕ ਇਹੋ ਜਿਹੀ ਸਿੱਖਿਆ ਦੇ ਰਹੀ ਆ ਸਰਕਾਰ ਜਿਹਦੇ ਤੋਂ ਬਾਅਦ ਉਹਨੂੰ ਹਰ ਜੌਬ ਵਾਸਤੇ ਪ੍ਰਾਇੋਰਟੀ ਹੋਊਗੀ ਉਹ ਅੱਗੇ ਪੜ੍ਹਨਾ ਚਾਹਵੇ ਅੱਗੇ ਪੜ੍ਹ ਲੇ ਉਹਨੇ ਜੌਬ ਲੈਣੀ ਆ ਉਹ ਜੌਬ ਲੈ ਲੇ ਪਰ ਉਹ ਜਦੋਂ ਵੀ ਜੌਬ ਲਊਗਾ ਅੱਜ ਜਿਹੜੇ ਤੁਹਾਡੇ ਬੱਚੇ ਹੈਗੇ ਆ ਉਹ ਜਦੋਂ PhD ਕਰਦੇ ਬੱਚੇ ਦੇਖੋ ਉਮਰ ਕਿੰਨੀ ਹੋ ਗਈ 16ਵੀਂ ਜਦੋਂ ਉਹਨੇ ਕੀਤੀ MA ਕੀਤੀ 16 ਤੇ 6 ਸਾਲ ਦਾ ਲੱਗਦਾ ਬੱਚਾ ਕਿੰਨੇ ਸਾਲ ਦਾ ਹੋ ਗਿਆ ਉਹ ਕਿੰਨੇ ਹੋ ਗਏ ਜੀ ਦੱਸਿਓ 31 ਸਾਲ ਦੀ ਉਮਰ ਹੋ ਗਈ ਉਹਦੀ ਐਲੀਜੀਬਿਲਿਟੀ ਬਣ ਗਈ ਉਸ ਤੋਂ ਬਾਅਦ ਉਹ PhD ਕਰ ਲਿਆ ਉਹਦੀ ਐਲੀਜੀਬਿਲਿਟੀ ਬਣ ਗਈ ਔਰ ਇੱਕ ਬੱਚਾ ਤੁਹਾਡਾ 12ਵੀਂ ਕਰਕੇ ਉਹਦੇ ਕੋਲੇ ਅੱਗੇ ਪੜ੍ਹਨ ਦਾ ਵੀ ਉਹਦੇ ਕੋਲੇ ਟਾਈਮ ਹੈਗਾ ਹੀ ਕੈਨ ਗੋ ਫॉर ਫਰਦਰ ਸਟੱਡੀਜ਼ ਔਰ ਉਹ ਸਿੱਧਾ ਗੌਰਮੈਂਟ ਪ੍ਰਾਈਵੇਟ ਜਿੱਥੇ ਮਰਜ਼ੀ ਜਾਵੇ ਚਾਹੇ ਅਰਧ ਸੈਨਿਕ ਬਲ ਆ ਚਾਹੇ ਜੇ ਉਹਦੇ 'ਚੋਂ 25% ਹੀ ਫੌਜ 'ਚ ਅਬਜ਼ੋਰਬ ਹੋਣੇ ਆ ਤਾਂ ਬਾਕੀ ਜਿਹੜੇ 75% ਹੈ ਉਹ ਅਰਧ ਸੈਨਿਕ ਬਲਾਂ ਦੇ ਵਿੱਚ ਸਟੇਟ ਦੀਆਂ ਜਿਹੜੀਆਂ ਫੋਰਸਿਸ ਹੈਗੀਆਂ ਪੁਲਿਸ ਹੈਗੀ ਉਹਦੇ ਵਿੱਚ ਪ੍ਰਾਈਵੇਟ ਬੈਂਕਾਂ ਦੇ ਵਿੱਚ ਕਿੱਥੇ ਕਿੱਥੇ ਅਬਜ਼ੋਰਬ ਹੋ ਸਕਦੇ ਮੇਰੇ ਨਾਲ ਮੁੰਡਾ ਪਰਸਨਲ ਮੇਰਾ ਹੁੰਦਾ ਸੀਗਾ ਫੌਜ 'ਚੋਂ ਆਇਆ ਮੈਂ PSO ਉਹਨੂੰ ਪਟਵਾਰੀ ਦੀ ਨੌਕਰੀ ਮਿਲ ਗਈ ਟੈਸਟ ਦਿੱਤਾ ਉੱਧਰ ਚਲ ਗਿਆ ਸੋ ਦੇਖੋ ਬਹੁਤ ਘੱਟ ਕੀ ਹੈ ਅੱਜ ਬਿਲਕੁਲ ਹੀ ਨਹੀਂ ਮਿਲ ਰਹੀ ਅੱਜ ਹਰ ਸਰਕਾਰ ਆ ਕੇ ਮੈਂ ਤੁਹਾਨੂੰ ਕਿਹਾ 36,000 ਬੱਚਾ ਤੀਜੀ ਵਾਰੀ ਪੱਕਾ ਕਰਨ ਲੱਗੇ ਅੱਜ ਹਰ ਬੱਚਾ ਬੇਰੁਜ਼ਗਾਰੀ ਲਈ ਫਿਰਦਾ ਇੱਕ ਬੱਚੇ ਨੂੰ ਨਾਲ ਟ੍ਰੇਨਿੰਗ ਮਿਲ ਜਾਣੀ ਹੈ ਨਾਲ ਉਹਨੂੰ 30 ਲੱਖ ਰੁਪਈਆ ਮਿਲਣਾ ਜਦੋਂ ਉਹਨੇ ਆਉਣਾ ਤੁਸੀਂ ਵੀ ਪੜ੍ਹੇ ਲਿਖੇ ਹੋ ਤੁਸੀਂ ਦੱਸੋ ਤੁਹਾਡੇ ਕੋਲ 22 ਸਾਲ ਦੀ ਉਮਰ ਦੇ ਵਿੱਚ 30 ਲੱਖ ਰੁਪਈਆ ਸੀਗਾ ਔਰ ਜਿਸ ਬੱਚੇ ਕੋਲ 22 ਸਾਲ ਦੀ ਉਮਰ 'ਚ 30 ਲੱਖ ਰੁਪਈਆ ਹੋਵੇ ਉਹ ਤਾਂ ਬਿਮਾਇਲਸ ਕਰਕੇ ਬਾਹਰ ਚਲ ਜਾਏ ਜਾਂ ਆਪਦਾ ਜ਼ਰੂਰੀ ਨਹੀਂ ਤੁਸੀਂ ਨੌਕਰੀ ਕਰਨੀ ਆਪਦਾ 30 ਲੱਖ ਲਾ ਕੇ ਕਾਰੋਬਾਰ ਖੋਲ੍ਹ ਲੇ ਪਰ ਦੂਜੀ ਗੱਲ ਅਗਨੀਪਥ ਇਹੋ ਜਿਹੀ ਕੋਈ ਯੋਜਨਾ ਨਹੀਂ ਜਿਹਦੇ ਵਿੱਚ ਕੰਪਲਸਰੀ ਆ ਤੁਸੀਂ ਜਾਣਾ ਹੀ ਜਾਣਾ ਤੁਹਾਡਾ ਜੀ ਕਰਦਾ ਜਾਓ ਨਹੀਂ ਕਰਦਾ ਤੁਸੀਂ ਆਪਦੀ ਪੜ੍ਹਾਈ ਕਰੋ ਆਪਦਾ ਜੋ ਕਰਨਾ ਕਰੋ ਤੁਹਾਨੂੰ ਤਾਂ ਕੋਈ ਕੰਪਲਸ਼ਨ ਤਾਂ ਹੈ ਨਹੀਂ ਇੱਕ ਸਰਕਾਰ ਨੇ ਤੁਹਾਡੇ ਵਾਸਤੇ ਇੱਕ ਵਧੀਆ ਮੌਕਾ ਦਿੱਤਾ ਹੈਗਾ ਇਫ ਯੂ ਵਾਂਟ ਟੂ ਅਵੇਲ ਕਰ ਲਓ ਨਹੀਂ ਤਾਂ ਕੋਈ ਸਰਕਾਰ ਕੰਪਲਸਰੀ ਥੋੜ੍ਹੀ ਕਹਿੰਦੀ ਵੀ ਤੁਹਾਨੂੰ ਫੜ ਕੇ ਫੌਜ 'ਚ ਭੇਜਣਾ ਹੀ ਭੇਜਣਾ ਨਾ ਜਾਓ ਤੁਹਾਡਾ ਨਹੀਂ ਮਨ ਕਰਦਾ ਦੂਜੀ ਗੱਲ ਮੈਂ ਇਸ ਗੱਲ ਲਈ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਕੋਈ ਛੱਡਿਆ ਨਹੀਂ ਤੁਸੀਂ ਵੀ ਬੀਬਾ ਜੀ ਮੈਨੂੰ ਦੱਸਿਓ ਤੁਹਾਨੂੰ 1000 ਰੁਪਈਆ ਮਿਲਣ ਲੱਗ ਪਿਆ ਤੁਸੀਂ ਔਰਤਾਂ ਨਾਲ ਧੋਖਾ ਕਰ ਲਿਆ ਉਹਨਾਂ ਦਾ ਖਿਲਵਾੜ ਕਰ ਲਿਆ ਤੁਹਾਨੂੰ 1000 ਦੇਵਾਂਗੇ
ਤੁਸੀਂ ਸਾਰੇ ਲੋਕਾਂ ਨੂੰ 300 ਯੂਨਿਟ ਤੱਕ ਦਾ ਮੈਂ ਕਿਹਾ ਜੀ ਤੁਸੀਂ ਅੱਜ ਤੋਂ ਸ਼ੁਰੂਆਤ ਕਰਤੀ ਹੈ, ਆਜੂਗੀ ਪਤਾ ਲੱਗ। ਉਦੋਂ ਤਾਂ ਇਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜਾ ਮਰਜ਼ੀ ਵਰਗ ਹੋਵੇ, ਕੋਈ ਕੋਈ ਬਿੱਲ ਹੀ ਨਹੀਂ ਤੁਹਾਡਾ ਆਉਣਾ। ਹੁਣ ਤੁਸੀਂ 300 ਯੂਨਿਟ ਤੇ ਆ ਕੇ ਕਹਿਤਾ ਵੀ 300 ਤੱਕ ਦੇਵਾਂਗੇ, ਉਹਦੇ ਵਿੱਚ ਵੀ ਗਾਂ ਤੁਸੀਂ ਵਰਗੀਕਰਨ ਪਾ ਦੇਣਾ। ਹੁਣ 301 ਆ ਗਿਆ ਤਾਂ ਸਾਰਾ ਦੇਣਾ ਪਊਗਾ, ਮੁੜ ਕੇ ਸ਼ਰਤਾਂ ਲਾਉਣ ਲੱਗ ਪਏ ਨੇ। ਮੈਂ ਤਾਂ ਗੱਲ ਕਰਦਾ ਵੀ ਤੁਸੀਂ ਲੋਕਾਂ ਨੂੰ ਵਰਗਲਾ ਕੇ ਧੋਖਾ ਦੇ ਕੇ ਤੁਸੀਂ ਲੋਕਾਂ ਦੇ ਖਿਲਵਾੜ ਕਰ ਲਿਆ। ਤੁਸੀਂ ਫਿਰ ਕਿਹਦੇ ਨਾਲ ਸ਼ਰਾਬੀਆਂ ਨੂੰ ਕਹੀ ਜਾਂਦੇ ਤੁਹਾਨੂੰ ਸਸਤੀ ਸ਼ਰਾਬ ਦੇ ਦੇਣੀ ਹੈ। ਆ ਬੰਦਾ ਜਿਹੜੀ ਚੀਜ਼ ਆਪ ਵਰਤਦਾ ਉਹ ਤਾਂ ਸਸਤੀ ਕਰਦਾ ਹੀ ਹੈ, ਪਰ ਉਹਦੇ ਵਿੱਚ ਵੀ ਹਾਈ ਕੋਰਟ ਨੇ ਹੁਣ ਤੁਸੀਂ ਦੇਖੋ ਲਾਤਾ ਰੇਤਾ ਦੀ ਜੀ, ਅਸੀਂ ਇੱਥੋਂ 2000 ਕਰੋੜ ਕੱਢ ਲਾਂਗੇ, 20,000 ਕਰੋੜ। ਅੱਜ ਰੇਤਾ ਦਾ ਕੀ ਭਾਅ ਹੋਇਆ ਪਿਆ? ਕਿਸੇ ਇੱਕ ਫਰੰਟ ਦੇ ਉੱਤੇ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹਦੇ ਤੇ ਪੂਰਾ ਨਹੀਂ ਉਤਰੇ। ਘੱਟੋ ਘੱਟ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ, ਉਹ ਤਿੰਨ ਜਿਹੜੀਆਂ ਸਾਡੀਆਂ ਸੈਨਾਵਾਂ ਹੈਗੀਆਂ, ਚਾਹੇ ਉਹ ਜਲ ਸੈਨਾ, ਥਲ ਸੈਨਾ, ਹਵਾਈ ਸੈਨਾ, ਉਹਨਾਂ ਤਿੰਨਾਂ ਸੈਨਾਵਾਂ ਦੇ ਮੁਖੀਆਂ ਨਾਲ ਬਹਿ ਕੇ ਮੀਟਿੰਗ ਕਰਕੇ ਇਹ ਯੋਜਨਾ ਬਣਾਈ। ਔਰ ਜਿਹੜੇ ਰੱਖਿਆ ਮੰਤਰੀ ਔਰ ਪ੍ਰਧਾਨ ਮੰਤਰੀ ਨੇ ਫਿਰ ਉਹਨਾਂ ਤਿੰਨਾਂ ਸੈਨਾਵਾਂ ਦੇ ਮੁਖੀਆਂ ਨੂੰ ਕਿਹਾ ਵੀ ਇਹਨੂੰ ਦੇਖੋ, ਇਹਦੇ 'ਚ ਕੁਛ ਚੇਂਜ ਕਰਨ ਵਾਲਾ। ਉਹਨਾਂ ਨੇ ਕਿਹਾ ਨਹੀਂ ਬਿਲਕੁਲ। ਔਰ ਅੱਜ ਮੈਂ ਕਹਿੰਦਾ ਤੁਸੀਂ ਬਾਕੀ ਸਾਰੇ ਵਰਗਾਂ ਨਾਲ ਤਾਂ ਤੁਸੀਂ ਠੱਗੀਆਂ ਮਾਰ ਕੇ ਸਰਕਾਰ ਬਣਾ ਲਈ, ਯਾਰ ਫੌਜ ਤਾਂ ਛੱਡ ਦਿਓ। ਉਹ ਤੁਹਾਨੂੰ ਕੋਈ ਧੱਕੇ ਨਾ ਤੁਹਾਡੇ ਜਵਾਕ ਘਰੋਂ ਚੱਕ ਕੇ ਲਿਜਾ ਰਹੇ ਨਹੀਂ। ਉਹ ਨੌਜਵਾਨ ਨੂੰ ਤਾਂ ਪਤਾ ਹੀ ਨਹੀਂ ਵਿਚਾਰੇ ਨੂੰ, ਨੌਜਵਾਨ ਨੂੰ ਤਾਂ ਅੱਗੇ ਵਰਗਲਾ ਕੇ ਸਰਕਾਰ ਬਣਾ ਲਈ 92 ਨਾਲ। ਉਹ ਨੌਜਵਾਨਾਂ ਨੂੰ ਤਾਂ ਅੱਗੇ ਵਰਗਲਾ ਕੇ ਜਿਹੜੇ ਸਾਡੇ ਉਸ ਵੇਲੇ ਦੇ ਹਾਕਮ ਸੀ ਆਪਦੇ ਬੱਚੇ ਬਾਹਰ ਪੜ੍ਹਾਏ, ਨੌਜਵਾਨ ਤਾਂ ਅੱਤਵਾਦੀ ਕਹਿ ਕੇ ਮਰਵਾ ਦਿੱਤੇ। ਨੌਜਵਾਨਾਂ ਨੂੰ ਤਾਂ ਯੂਜ਼ ਕੀਤਾ ਜਾਂਦਾ ਐਜੀਟੇਸ਼ਨਾਂ ਵਾਸਤੇ। ਕਿਤੇ ਨੌਜਵਾਨ ਨੂੰ ਅੱਜ ਕਿਸੇ ਬੰਦੇ ਨੇ ਨੌਜਵਾਨ ਨੂੰ ਸਮਝਾਇਆ ਤੇ ਤੈਨੂੰ ਜ਼ਬਰਦਸਤੀ ਨਹੀਂ ਚੱਕ ਕੇ ਫੌਜ ਵਿੱਚ ਭਰਤੀ ਕਰਨ ਲੱਗੇ। ਜੇ ਤੇਰਾ ਜੀ ਕਰਦਾ ਜਾਈ, 30 ਲੱਖ ਰੁਪਈਆ ਤੈਨੂੰ 22 ਸਾਲਾਂ ਦੇ ਨੂੰ ਮਿਲ ਜਾਣਾ, ਜਿਹੜਾ ਤੇਰਾ ਸੁਪਨਾ ਵੀ ਨਹੀਂ ਤੂੰ ਕਦੀ ਲਿਆ ਹੋਣਾ ਵੀ ਮੈਂ 22 ਸਾਲਾਂ ਦੇ ਵਿੱਚ 30 ਲੱਖ ਰੁਪਈਆ ਬੈਂਕ 'ਚ ਪਾ ਕੇ ਆਊਂਗਾ ਇੱਕ ਨੰਬਰ 'ਚ ਬਿਨਾਂ ਇਨਕਮ ਟੈਕਸ ਕੱਟਿਆਂ ਤੋਂ। ਸੋ ਇਹ ਯੂਥ ਨੂੰ ਅੱਜ ਘਾ ਕੇ ਵਰਗਲਾ ਰਹੇ, ਉਹਨੂੰ ਸਮਝਾ ਹੀ ਨਹੀਂ ਕੋਈ ਰਿਹਾ। ਸੋ ਮੈਂ ਸਮਝਦਾ ਕਿ ਦੇਸ਼ ਦੀ ਰਾਜਨੀਤੀ ਅੱਜ ਇਸ ਪਾਸੇ ਨੂੰ ਚੱਲ ਗਈ ਹੈ। ਹਰ ਵਿਰੋਧੀ ਪਾਰਟੀ ਵੀ, ਸਰਕਾਰ ਚਲਾਉਂਦੀ ਪਾਰਟੀ ਵੀ ਇਸ ਗੱਲ ਦੇ ਵਿੱਚ ਲੱਗੀ ਪਈ ਹੈ ਵੀ ਯੂਥ ਦੀ ਮੈਕਸਿਮਮ ਵੋਟ ਆ, ਯੂਥ ਨੂੰ ਕਿਵੇਂ ਵਰਗਲਾਉਣਾ, ਯੂਥ ਤੋਂ ਐਜੀਟੇਸ਼ਨ ਕਿਵੇਂ ਕਰਾਉਣੀ, ਯੂਥ ਨੂੰ ਵਰਤਣਾ ਕਿਵੇਂ। ਸੋ ਸੰਜੀਦਗੀ ਸਰਕਾਰ ਨੂੰ ਚਾਹੀਦੀ ਹੈ। ਲੋਕਾਂ ਨੇ ਐਡਾ ਵੱਡਾ ਮੈਂਡੇਟ ਦਿੱਤਾ, ਮੈਂ ਤੁਹਾਡਾ ਟਾਈਮ ਬਹੁਤ ਲਿਆ, ਸਰਕਾਰ ਨੇ ਦਿੱਤਾ ਨਹੀਂ। ਪਰ ਮੈਂ ਇਹ ਗੱਲ ਤੇ ਸਾਡੇ ਨਾਲ ਗੱਲ ਕਰਨ ਦੇ ਲਈ ਹਰਜੋਤ ਕਮਲ ਜੀ, ਜਿਨ੍ਹਾਂ ਨੇ ਬੋਲਿਆ ਹੈ ਕਿ ਬਦਲਾਵ ਦਾ ਨਾਮ ਲੈ ਕੇ ਬਦਲੇ ਦੀ ਸਰਕਾਰ ਬਣੀ, ਲੇਕਿਨ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਸ ਸਮੇਂ ਸਿਨੈਰੀਓਜ਼ ਬਣੇ ਹੋਏ ਨੇ, ਇਸ ਨੂੰ ਲੈ ਕੇ ਸਰਕਾਰ ਜ਼ਰੂਰ ਘੇਰੀ ਜਾ ਰਹੀ, ਲੇਕਿਨ ਸਰਕਾਰ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹ ਪੰਜਾਬ ਦੀ ਜਨਤਾ ਦੇ ਲਈ ਕੰਮ ਕਰ ਰਹੀ ਔਰ ਪੰਜਾਬ ਦੇ ਲੋਕਾਂ ਦਾ ਬਜਟ ਪੇਸ਼ ਕੀਤਾ ਹੈ। ਕੈਮਰਾਮੈਨ ਅਲਜਿੰਦਰ ਦੇ ਨਾਲ ਅਮਨਪ੍ਰੀਤ ਕੌਰ, ਚੰਡੀਗੜ੍ਹ, ANB।